ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ। ਧਾਰਮਿਕ ਦੁਨੀਆ ਦੇ ਵਿੱਚ ਪਖੰਡ ਵੀ ਕੀਤਾ ਹੋਇਆ ਹੈ। ਕਿਹੜਾ ਪਖੰਡ? ਧੋਤੀ, ਟਿੱਕਾ ਤੇ ਜਪਮਾਲੀ। ਮੱਥੇ ਤੇ ਟਿੱਕਾ ਵੀ ਹੈ, ਧੋਤੀਆਂ ਵੀ ਹਨ ਪਵਿੱਤਰ ਰੱਖਣ ਵਾਸਤੇ, ਮਾਲਾ ਵੀ ਹੈ। ਧੋਤੀ, ਟਿੱਕਾ ਤੇ ਜਪਮਾਲੀ, ਧਾਨ ਮਲੇਛਾਂ ਖਾਈ। ਇਹ ਖੱਤਰੀਓ ਜਿਨ੍ਹਾਂ ਨੂੰ ਤੁਸੀਂ ਮਲੇਛ ਕਹਿੰਦੇ ਹੋ, ਕਿਉਂਕਿ ਹਿੰਦੂ ਮੁਸਲਮਾਨਾਂ ਨੂੰ ਮਲੇਛ ਕਹਿੰਦੇ ਨੇ, ਅੱਜ ਵੀ ਕਹਿੰਦੇ ਨੇ, ਔਰ ਮੁਸਲਮਾਨ ਹਿੰਦੂਆਂ ਨੂੰ ਕਾਫਿਰ ਕਹਿੰਦੇ ਨੇ। ਇਹ ਕਾਫਿਰ ਨੇ ਕਿਉਂਕਿ ਇਹ ਅੱਲਾ 'ਤੇ ਈਮਾਨ ਨਹੀਂ ਲਿਆਉਂਦੇ, ਮੁਹੰਮਦ ਸਾਹਿਬ 'ਤੇ ਈਮਾਨ ਨਹੀਂ ਲਿਆਉਂਦੇ, ਇਸ ਕਰਕੇ ਕਾਫਿਰ ਨੇ। ਔਰ ਸਨਾਤਨੀ ਮੁਸਲਮਾਨਾਂ ਨੂੰ ਮਲੇਛ ਇਸ ਕਰਕੇ ਕਹਿੰਦੇ ਨੇ ਕਿ ਇਹ ਮਲ ਭਖ ਖਾਂਦੇ ਨੇ, ਭਾਵ ਜੋ ਮਰਜ਼ੀ ਜਾਨਵਰ ਆ ਗਿਆ ਖਾ ਲਿਆ ਮਾਰ ਕੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੱਥੇ ਤੇ ਟਿੱਕਾ, ਗਲੇ ਵਿੱਚ ਮਾਲਾ ਵੀ ਹੈ, ਫਿਰ ਰੋਟੀ ਤੁਸੀਂ ਮਲੇਛਾਂ ਦੀ ਖਾਂਦੇ ਹੋ, ਧਾਨ ਤੁਸੀਂ ਮਲੇਛਾਂ ਦਾ ਖਾਂਦੇ ਹੋ। ਔਰ ਮਲੇਛਾਂ ਦਾ ਖਾਧਾ ਹੋਇਆ ਧਾਨ, ਜੋ ਕਹਾਵਤ ਪ੍ਰਚਲਿਤ ਹੈ ਕਿ ਜੈਸਾ ਅੰਨ ਵੈਸਾ ਮਨ, ਜੈਸਾ ਪਾਣੀ ਤੈਸੀ ਬਾਣੀ। ਕਿਉਂਕਿ ਭਜਨ ਸਰੀਰ ਨੂੰ ਤਵਾਨਾਈ ਦਿੰਦਾ ਹੈ ਅਤੇ ਭੋਜਨ ਵੀ ਤਵਾਨਾਈ ਦਿੰਦਾ ਹੈ। ਕੀਤਾ ਹੋਇਆ ਭੋਜਨ ਹੀ ਤਾਂ ਖੂਨ ਬਣਦਾ ਹੈ, ਬਣਿਆ ਹੋਇਆ ਖੂਨ ਹੀ ਤਾਂ ਮਾਸ ਔਰ ਮਿੱਝ ਔਰ ਹੱਡੀਆਂ ਦੇ ਰੂਪ ਵਿੱਚ ਜਾਂਦਾ ਹੈ। ਕੀਤਾ ਹੋਇਆ ਭੋਜਨ ਹੀ ਤਾਂ ਮਨੁੱਖ ਦਾ ਵਿਚਾਰ, ਮਨੁੱਖ ਦਾ ਮਨ ਤਿਆਰ ਹੁੰਦਾ ਹੈ। ਫਿਰ ਜੈਸਾ ਅੰਨ ਸੀ ਵੈਸਾ ਹੀ ਮਨ ਤਿਆਰ ਹੋ ਗਿਆ, ਜੈਸਾ ਭੋਜਨ ਸੀ ਵੈਸਾ ਹੀ ਸਰੀਰ ਤਿਆਰ ਹੋ ਗਿਆ, ਮਨ ਤਿਆਰ ਹੋ ਗਿਆ। ਤੋ ਸਾਹਿਬ ਕਹਿੰਦੇ ਨੇ ਮੱਥੇ ਟਿੱਕਾ ਤੇ ਜਪਮਾਲੀ, ਧਾਨ ਮਲੇਛਾਂ ਖਾਈ। ਅਗਾਂਹ ਚੱਲ ਕੇ ਕਹਿੰਦੇ ਨੇ ਅੰਤਰ ਪੂਜਾ ਪੜ੍ਹੇ ਕਤੇਬ। ਘਰ ਵਿੱਚ ਬੈਠ ਕੇ ਤਾਂ ਤੁਸੀਂ ਪੁਰਾਣ ਪੜ੍ਹਦੇ ਹੋ, ਲੇਕਿਨ ਜਦੋਂ ਆਫਿਸ ਵਿੱਚ ਜਾਂਦੇ ਹੋ, ਕਿਉਂਕਿ ਇਸਲਾਮੀ ਰਾਜ ਹੈ, ਉੱਥੇ ਜਾ ਕੇ ਤੁਸੀਂ ਕੁਰਾਨ ਖੋਲ੍ਹ ਕੇ ਬੈਠ ਜਾਂਦੇ ਹੋ ਉਹਨਾਂ ਦੇ ਸਾਹਮਣੇ ਦਿਖਾਉਣ ਵਾਸਤੇ। ਅਕਸਰ ਹੁੰਦਾ ਹੈ। ਜੇ ਮੈਂ ਇਸ ਤਰ੍ਹਾਂ ਉਦਾਹਰਨ ਦੇਵਾਂ ਆਪ ਜੀ ਨੂੰ ਕਿ ਸਿੱਖ ਜੋ ਰਾਜਨੀਤੀ ਵਿੱਚ ਹੈ, ਮੈਂ ਇੱਕ ਉਦਾਹਰਨ ਦੇ ਰਿਹਾ, ਗੁਸਤਾਖੀ ਮਾਫ, ਕਿਸੇ ਵੱਲ ਇਸ਼ਾਰਾ ਨਹੀਂ ਹੈ, ਉਦਾਹਰਨ ਹੈ। ਘਰ ਵਿੱਚ ਬੈਠ ਕੇ ਤਾਂ ਉਹ ਨਿਤਨੇਮ ਕਰ ਰਿਹਾ, ਸੁਖਮਨੀ ਦਾ ਪਾਠ ਕਰ ਰਿਹਾ, ਕਦੇ ਉਸਨੇ ਗੀਤਾ ਪੜ੍ਹ ਕੇ ਨਹੀਂ ਵੇਖੀ, ਕਦੇ ਉਸਨੇ ਕੁਰਾਨ ਪੜ੍ਹ ਕੇ ਨਹੀਂ ਵੇਖੀ। ਲੇਕਿਨ ਸਰਕਾਰ ਜੇ ਕਿਧਰੇ ਮੁਸਲਮਾਨ ਦੀ ਹੋਵੇ, ਮੁਸਲਮਾਨ ਸਮਰਾਟ ਦੀ ਹੋਵੇ, ਤਾਂ ਫਿਰ ਉਹਦੇ ਸਾਹਮਣੇ ਕੁਰਾਨ ਦੀ ਹੀ ਉਹ ਗੱਲ ਕਰੇਗਾ, ਉਹਨੂੰ ਖੁਸ਼ ਕਰਨ ਵਾਸਤੇ। ਜੇ ਆਗੂ ਹਿੰਦੂ ਹੈ ਤਾਂ ਫਿਰ ਗੀਤਾ ਦੀ ਗੱਲ ਕਰੇਗਾ, ਉਸਨੂੰ ਖੁਸ਼ ਕਰਨ ਵਾਸਤੇ। ਇਸ ਨੂੰ ਗੁਰੂ ਸਾਹਿਬ ਨੇ ਕਿਹਾ ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾਂ ਭਾਈ। ਬਾਕੀ ਦੀ ਤੇਰੀ ਚਾਲ ਹੈ ਉਹ ਤੁਰਕਾਂ ਵਾਲੀ ਹੈ। ਤਾਂ ਸਾਹਿਬ ਕਹਿੰਦੇ ਨੇ ਛੋੜੀ ਲੈ ਪਖੰਡਾ, ਇਹ ਪਖੰਡ ਛੱਡ ਦੇ। ਇਹ ਧਾਰਮਿਕ ਦੁਨੀਆ ਵਿੱਚ ਪਖੰਡ ਨਹੀਂ ਚੱਲੇਗਾ। ਛੋੜੀ ਲੈ ਪਖੰਡਾ, ਨਾਮ ਲਈਏ ਜਾਏ ਤਰਨ ਦਾ। ਤੂੰ ਨਾਮ ਜਪ ਦੇ। ਜੇ ਤਰਨਾ ਚਾਹੁੰਦਾ ਹੈ, ਇਹ ਗੋਬਰ ਨਾਲ ਨਹੀਂ ਤਰੇਗਾ, ਇਹ ਚੌਕੇ ਨਾਲ ਨਹੀਂ ਤਰੇਗਾ, ਇਹ ਦਿਖਾਵੇ ਨਾਲ ਨਹੀਂ ਤਰੇਗਾ, ਇਹ ਨਾਮ ਜਪਣ ਨਾਲ ਤਰੇਗਾ। ਕਿਉਂਕਿ ਸੰਤ ਕਿਸੇ ਪੋਸ਼ਾਕ ਦਾ ਨਾਮ ਨਹੀਂ ਹੈ, ਗੁਸਤਾਖੀ ਮਾਫ, ਸੰਤ ਕਿਸੇ ਡੇਰੇ ਦਾ ਨਾਮ ਨਹੀਂ ਹੈ, ਸੰਤ ਕਿਸੇ ਗੋਲ ਦਸਤਾਰ ਦਾ ਨਾਮ ਨਹੀਂ ਹੈ। ਸੰਤ ਸਿੰਘ ਮਸ਼ਕੀਨ ਅਕਸਰ ਕਹਿੰਦੇ ਸੀ ਸੰਤ ਇੱਕ ਅਵਸਥਾ ਹੈ, ਸੰਤਤਵ ਇੱਕ ਅਵਸਥਾ ਹੈ। ਜਦੋਂ ਅਵਸਥਾ ਬਣ ਗਈ ਤੇ ਫਿਰ ਐਸਾ ਸੰਤ ਕੀ ਕਹਿੰਦਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਫਿਰ ਅਸੀਂ ਅੱਲਾਹ ਰਾਮ ਦੇ, ਇਹ ਪਿੰਡ ਅੱਲਾ ਦਾ, ਇਹ ਪ੍ਰਾਣ ਅੱਲਾ ਦੇ, ਉਸੇ ਦੇ ਨੇ। ਉਸ ਨੂੰ ਕੋਈ ਅੱਲਾ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ। ਅਗਾਂਹ ਚੱਲ ਕੇ ਬਹੁਤ ਖੂਬਸੂਰਤ ਤਸਵੀਰ ਬਣਾਉਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਦੋ ਹੀ ਧਰਮ ਸਨ ਉਸ ਵੇਲੇ, ਹਿੰਦੂ ਮੁਸਲਮਾਨ। ਹਕੀਕਤ ਵਿੱਚ ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਮੂਲ ਧਰਮ ਦੋ ਨੇ, ਹਿੰਦੂ ਸਨਾਤਨ ਜਿਸ ਨੂੰ ਕਹਿੰਦੇ ਨੇ, ਕਿਉਂਕਿ ਹਿੰਦੂ ਕੋਈ ਧਰਮ ਨਹੀਂ ਹੈ, ਇਹ ਇੰਡੂ ਨਦੀ ਤੋਂ ਬਣਿਆ ਹੈ, ਸਿੰਧੂ ਨਦੀ ਤੋਂ ਬਣਿਆ ਹੈ।
कि ਜਿਹੜੇ ਲੋਕ ਇਸ ਪਾਸੇ ਰਹਿੰਦੇ ਨੇ ਜਿੱਥੇ ਸਿੰਧੂ ਨਦੀ ਵਹਿੰਦੀ ਹੈ, ਇੰਡੋ ਨਦੀ ਵਹਿੰਦੀ ਹੈ, ਇਹਨਾਂ ਨੂੰ ਕਹਿੰਦੇ ਸੀ ਇਹ ਹਿੰਦੂ। तो ये दो ही धर्म सी, सनातन पूरब का और शामी पश्चिम का। हिंदुओं दे विच सनातन दे विच जैन ते बौद्ध निकले, यहूदियों दे विचों इस्लाम, पारसी, ईसाई निकले ने। ये इस तरह चार चार धर्म निकले, पर मूल धर्म दो ने। हुण मैं अर्ज करा, एक ने जनेऊ पाया होया है और दूजे की जो अपनी रीति है वो कलमा पढ़ते हैं, सुन्नत कराते हैं। दोवां की गल गुरु साहिब सामने रखते हैं। मानस खाने करें निवाज, जो नमाज अदा करते हैं, सवेरे नमाज, दोपहर नमाज, शाम को नमाज, रात को नमाज, 5 वारी नमाज पढ़ते हैं, पर वो नमाज पढ़ के किसी पशु का खून नहीं पींदे, किसी पंछी का ही खून नहीं पींदे, वो मनुख का भी खून पी रहे हैं, मनुख का भी कतल कर रहे हैं। मानस खाने करे निवाज, अगले नूं दुख दे रहे हैं, एक ही है, खून पीना ही है। पाठ भी करते हैं, अगले नूं दुख भी दे रहे हैं। छुरी वगाए ने 3 गल ताग, कहते ने जिन्हां दे गल विच ताग है, जनेऊ है, उन्हां दे हथ विच भी छुरी है, अगले दा गला वढ़ देना। फिर ये जो ताग शब्द है, इसनों जनेऊ ही ना समझ लेना, इसनों ये भी समझ लेना वा इसने किरपान पाई हुई है, पर हथ विच छुरी भी है। किरपान भी पाई हुई है, हथ विच छुरी भी है। जद भी मौका मिले अगले दा गला वढ़ दो, जद भी मौका मिले अगले दी जेब कट लवो। नहीं, ये तेरा जनेऊ बेकार है, ये पाई हुई किरपान गात्रे वाड़ी गुस्ताखी माफ तेरी बेकार है। छुरी वगाइन 3 गल ताग, हथ विच छुरी है, गला कटदे पै ने, जनेऊ पाया होया है, किरपान पाई हुई है। नमाज अदा करदे पै ने ते बंदे नूं भी खा रहे ने। हुण अगली गल ध्यान दे नाल सुनना। गुरु नानक साहिब महाराज कहंदे ने ब्राह्मणां नूं, ऐ ब्राह्मणों, तुसीं फिर उन्हां छत्रियां दे घर जाके शंख पूरदे हो जिन्हां दे हथ विच छुरी है। ऐ मौलवीओ, तुसीं उन्हां दे घर जाके फिर कुछ मंगदे हो खाण वास्ते, जो नमाज अदा करते हैं पर बंदियां नूं भी खांदे ने। उन्हां दे घर जाके तुसीं शंख पूरदे। 3 घर ब्राह्मण पूरे नाद, उन्हां भी आवे होई स्वाद। असीं 5 बंदे, कनेडा की गल है, असीं गए किसी के घर, बहुत प्रेमी परिवार सी, पर मालिक की खेड ही ऐसी सी कि उन्होंने केस नहीं रखे हुए सी। ते साडे विचों एक बंदा की कहता है, कहता है ज्ञानी जी ये तो पतित हैं, मैं तो इन्हां दे घर की चाह भी नहीं पियांगा, पानी भी नहीं पियांगा, रोटी भी नहीं खावांगा, इन्होंने अमृत नहीं छकिया। मैं क्या अब जी नूं खाना पेगा। कहने लगे ज्ञानी जी ये तो हो ही नहीं सकता, तुसीं खा लवो, मैं बहाना बना लेना कि मेरे पेट विच दर्द है, पेट विच खराबी है, मैं कुछ भी नहीं खावांगा। मुकदी गल, लंगर छकण तो बाद उन्होंने $500 दिते सन। मैं उसनों इशारा किया, इनू ना देना, इनू ना देना। तो मेरी गल नूं समझ गया भाई साहब जी शायद कुछ कहना चाह रहे हैं, उन्होंने नहीं देते। मेरे कन विच धीरे जी वो की कहंदा, ज्ञानी जी मेरे वास्ते $, वो भी तो ले लो, तुसीं मंग लो मेरे वास्ते। $, ले सकदा है पर रोटी नहीं खाएगा, क्योंकि ये पतित ने, इन्होंने अमृत नहीं छकिया होया। ये हकीकत गल मैं दस रहा आप जी ने। $, उसने ले ले, मैनू इशारा करके कहण लगे तुसीं ले लो, मैनू बाहर जाके दे देना, पर रोटी नहीं खावांगा। 3 घर ब्राह्मण पूरे नाद, उन्हां भी आवे ओही स्वाद। सतगुरु जी कहंदे ने कूड़ी रास कूड़ी वापार, कूड़ बोल करे आहार। सारी मूड़ी ही कूड़ दी है, सारा पसारा ही कूड़ दा है।
ये जितने धर्म कर्म चल रहे हैं, क्योंकि धन गुरु ग्रंथ साहिब महाराज कहते हैं कि करम धर्म पाखंड जो दिसे तिन जम जागाती लूटे। कीते हुए कर्म विच पखंड है, लुटे जाओगे। कीते हुए धर्म विच पखंड है, लुटे जाओगे। कुछ नहीं बिगड़ेगा किसी का, ना मेरा बिगड़ेगा, ना दूजे का, ना तीजे चौथे का, खुद का बिगड़ेगा। फिर जम जम मरे मरे फिर जम्मे, बहुत सजाए पया देश लम्हे। आ जा फिर लाइन विच। तो साहिब कहते हैं सब कुछ झूठ का ही व्यापार चल रहा है। कूड़ बोल करें आहार, जदों झूठ बोल के ही सब कुछ खेड खेड रहा है तो धर्म तो सच है। फिर साहिब कहते हैं शर्म धर्म का डेरा दूर दूर है, किते नज़र ही नहीं आ रहा है इन्हां दे जीवन विच धर्म का डेरा कित्थे है, शर्म का डेरा कित्थे है, नज़र ही नहीं आ रहा। क्यों? नानक कूड़ रहा भरपूर। हे नानक कूड़ ही भरपूर। राजनीतिक दुनिया विच कूड़, समाजिक दुनिया विच कूड़, आर्थिक दुनिया दे विच कूड़, बाकी रह गया सी एक धर्म अस्थान गुस्ताखी माफ, उत्थे भी कूड़। मत्थे टिक्का तेड़ धोती कखाई, मत्थे ते तिलक है, तेड़ धोती है, माला है। मत्थे टिक्का तेड़ धोती कखाई, हथ छुरी, हथ विच छुरी है, जगत कसाई। जगत कसाई बनया पिया है। जानवर नूं मारन वाले कसाई नहीं, मनुख नूं मारन वाले कसाई। क्योंकि कसाई दो किस्म के होंदे ने, एक कसाई जानवरां नूं मारदा है, एक कसाई ऐसा है जो मनुख नूं मारदा है। मनुख मनुख दा कतल करदा पिया है, कसाई नहीं तो होर की है। अगां चल के साहिब कहंदे ने नील वस्त्र पहर होवे परवान। इस्लामिक जगत विच एक नियम है, कोई गल कहनी होवे ते नीले कपड़े पा के कहो, दफ्तर विच जाना होवे नीली पोशाक है। कहते ने तुहाडी पोशाक नीली है। नील वस्त्र पहर होवे परवान, मलेच्छ धान ले पूजे पुराण। धान मलेच्छां दा खांदा है और पढ़दा तू जपजी है, तो फिर जो धान तो मलेच्छां दा खादा है वह असर होएगा, वह प्रभाव पेगा। मलेच्छां तो भाव इसनों ये भी कह सकते हो जिन्हां ते साडा हक नहीं है, वो तुसी दौलत लैके आए हो, वो धन लैके आए हो। फिर भावें जपजी पढ़ो भावें सुखमनी पढ़ो, और जैसा अन्न वैसा मन। इसे करके गुरु नानक साहिब ने कहा सी कि सिख दे कोल धर्म की किरत होवे, ਉਹਦੇ ਵਿੱਚ भी वंड के सकदा होवे, नाम जपदा होवे। धर्म की किरत क्यों आखिया है? क्योंकि जे धर्म की किरत नहीं है, ਉਹਦੇ ਵਿੱਚ भी तुसी वंड के नहीं सकिया, नाम नहीं जपिया जाएगा। धर्म की किरत होवे। तो साहिब कहते ने कि मलेच्छ धान ले पूजे पुराण। अगां चल के कहते ने अभाख्या का कुठा बकरा खाना। इस्लामिक दुनिया दे विच जदों बकरा वड्डिया जाता है, हलाल किया जाता है, तो कलमा पढ़ के दुकानां ते उही कुछ चलदा सी, उही कुछ। तो छत्रियां नूं जे किधरे मीट खाना होवे ते की करदे सी? अभाख्या का कुठा बकरा खाना, उही लैके आंदे सी जो हलाल किया होया है। वो हलाल किया होया बकरा लैके आंदे हो अभाख्या का। इस करके अभाख्या क्या है? दूजी बोली दा भाव कि मुसलमान अरबी फारसी बोलते हैं, इसनों क्या अभाख्या दूजी बोली हो। अभाख्या का कुठा बकरा खाना नाल फिर तुसी चौका कढ़दे हो ते कहंदे हो चौके ऊपर किसे ना आना। कहंदा ये मेरा चौका पवित्र है, किसी ने भी नहीं आना। पर इसनों कौन दसे? पहला तो तू अभाख्या का कुठा लेके आया, फिर तेरे अंदर हराम खाण की आदत पई हुई है, वो तेरे अंदर बैठा हुआ है। फिर तू कहता है दे के चौका कढ़ी कार, चौका कढ़ के लकीर खिंच के विचकार आके तू बैठ गया। पर तेनों कौन दसे कि ऊपर आए बैठे कुड़ियार? तेरे अंदर ही झूठ है, तो खुद ही बैठा है, दूजा आवे भावे ना आवे।
तो खुद ही झूठ है। फिर तो ਉੱਚੀ ਉੱਚੀ आवाज़ नाल कहता है मत भिटे वे मत भिटे ये अन्न असाडा भिटे। फिर तो कहता है किधरे कोई आ ना जाए इत्थे, पर तेरा तन भी फिटिया पिया है। तन फिटे फेड करे, तू ये जो भोजन छक रहा है ये तो फिटिया होया है, तेरा तन भी फिटिया होया है। फिर जो तू चुलियाँ करदा है, साहिब कहते ने मन झूठे चुली भरे। मन तो तेरा झूठा है, ये चुलियाँ भरन नाल की होएगा। साहिब कहते ने नानक चुलियाँ सुचियाँ जे भर जाने कोई। जे चुल्ली भरनी ही है तो सच दी भर, जे चुल्ली भरनी ही है तो ज्ञान दी भर, जे चुल्ली भरनी ही है तो दया दी भर, जे चुल्ली भरनी ही है तो निमरता दी भर। ये कबूल है। झूठ दी चुल्ली नहीं, झूठ दी चुल्ली। तो साहिब कहते ने मन झूठे चुली भरेन, कहो नानक सच ध्याइए। तू सच नूंगा, परमात्मा सच है, परमात्मा झूठ नहीं है, तू सच नूंगा। तो सच नूं गाना होवे तो फिर सच ते पहरा देना पेगा। फिर आप जी दी कमाई सच दी होवे, आप जी दा बोलना सच होवे, आप जी दा विचारना सच होवे। गर्ज के मैं अर्ज करा हर पड़ाव ते सच होवे। ऐसे ही नहीं किया गया खन्नियों तिखी वालो निकी, वाकई कठिन मार्ग है। तो साहिब कहते ने सुच होवे तां सच पाइए। तू तां पवित्र होवेगा जदों सच नाल तेरा मिलाप होवेगा। जदों सच नाल मिलाप हो गया तो मनुख दे अंदर प्रकाश हो गया। एक गल समझ आ गई। केड़ी गल? कि परमात्मा ने खंड मंडल ब्रह्मंड ये जो बनाए ने, जिन्हां दी गिनती संख्या खत्म हो जाती है। कौन गिन सकता है बनस्पति कितनी? कौन गिन सकता है मनुख कितने ने? कौन गिन सकता है तारे सितारे ग्रह नक्षत्र कितने ने? कौन गिन सकता है? कोई भी नहीं गिन सकता। तो फिर एक ख्याल जरूर आता है, जदों बनस्पति गिनती मिणती तो बाहर है, मनुख गिनती मिणती तो बाहर ने, तारे सितारे गिनती मिणती तो बाहर ने, नदी नाले गिनती मिणती तो बाहर ने, तो फिर कदे ना कदे कोई ना कोई रुख बिरख तां परमात्मा की गिनती तो पासे रह जाता होएगा, चित्त तो विसर जाता होएगा। थोड़ा जिहा समझना। साडे कोल 50 गज का मकान होवे, ਉਹਦੇ ਵਿੱਚ रखियां वस्तुआं कई बार असी भुल जाते हैं, कह देने पता नहीं कित्थे रखीए, सफाई करांगे फिर लभांगे। 50 गज का मकान, इत्थे सारी सृष्टि सारी मखलूक करते दी है, पर की परमात्मा भी कदे कुछ भुल गया होवेगा? किसी मनुख नूं बना के, किसी पशु नूं बना के, किधरे पंछी नूं बना के जरूर भुल गया होवेगा। क्योंकि इतनी वड्डी कायनात है, जरूर भुल गया होवेगा। तो गुरु नानक साहिब महाराज कहते ने नहीं, चित्ते अंदर सबको। पूरी वनस्पति परमात्मा दे चित्त विच है, खंड ब्रह्मंड परमात्मा दे चित्त विच ने, पूरी दी पूरी खलकत मनुख दे परमात्मा दे चित्त विच है। और चित्त विच ही नहीं, अगां चल के की कहते ने, चित्ते अंदर सबको वेख नदरी हेठ चलाइंदा। उसनूं पता है मनुख नूं किवें चलाना है, पशु नूं किवें चलाना है, बनस्पति नूं की कुछ देना है, ये दरियावां नूं किवें चलाना है, हवा नूं किवें चलाना है। परमात्मा नूं सारी खबर है। चित्ते अंदर सबको वेख नदरी हेठ चलाइंदा, आपे दे वडियाइयां। हर एक नूं वडियाई आप दे रहा है, आपे ही कर्म कराइंदा, वडियाई दे रहा है। वडो वडा वड मैंदने शिरे शिर धंधे लाइंदा। वो आप वड्डा, ਉਹਦੀ बनाई हुई जी मैंदनी है वो वड्डी है, बनाई हुई सृष्टि बहुत वड्डी है। साहिब कहते हैं शिरे शिर धंधे लाइंदा। मनुख नूं किया तू ये काम करना है, शेर नूं किया तेरा ये खाना है, गऊ नूं कहा तेरा ये खाना है, तो गऊ भुखी मर जाती है पर मांस नहीं खाएगी। शेर भुखा मर जाएगा पर घाह नहीं खाएगा, मांस ही खाएगा।
ਅਗਾਂਹ ਚੱਲ ਕੇ ਸਾਹਿਬ ਇੱਕ ਗੱਲ ਹੋਰ ਕਹਿੰਦੇ ਨੇ, ਇਸ ਨੂੰ ਜਹਿਨੇ ਨਸ਼ੀਨ ਕਰ ਲੈਣਾ। ਸਾਹਿਬ ਕਹਿੰਦੇ ਨੇ ਕਿ ਜੋ ਕੁਛ ਵੀ ਮੈਂ ਬਣਾਇਆ ਹੈ ਉਹਨੂੰ ਸਿਖਰ 'ਤੇ ਪਹੁੰਚਾ ਕੇ ਫਿਰ ਮੇਰਾ ਅਗਲਾ ਪੜਾਅ ਕੀ ਹੁੰਦਾ ਹੈ, ਉਸ ਨੂੰ ਢਾਹਣਾ। ਸਿਖਰ 'ਤੇ ਪਹੁੰਚਾ ਕੇ ਫਿਰ ਮਿਟਾਉਣਾ। ਅਜੋ ਕਿ ਇਸ ਦੁਨੀਆ ਦੇ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਜਿਹੜਾ ਵੀ ਮਨੁੱਖ ਸਿਖਰ 'ਤੇ ਪਹੁੰਚਿਆ ਫਿਰ ਉਹਨੂੰ ਵਾਪਸ ਵੀ ਆਉਣਾ ਪਿਆ। ਇੱਕ ਛੋਟਾ ਜਿਹਾ ਉਦਾਹਰਨ ਆਪ ਜੀ ਦੇ ਮੈਂ ਸਾਹਮਣੇ ਰੱਖਣਾ। ਜ਼ਰੂਰ ਆਪ ਜੀ ਨੇ ਕਦੇ ਨਾ ਕਦੇ ਪਰਬਤ 'ਤੇ ਚੜ੍ਹ ਕੇ ਵੇਖਿਆ ਹੋਵੇਗਾ, ਜ਼ਰੂਰ, ਪਠਾਰ 'ਤੇ, ਪਰਬਤ 'ਤੇ। ਜਦੋਂ ਪਰਬਤ 'ਤੇ ਚੜ੍ਹਦੇ ਹਾਂ ਤੇ ਉਸ ਵੇਲੇ ਝੁਕਾਓ ਕਿਸ ਤਰਫ ਹੁੰਦਾ ਹੈ, ਅਗਾਂਹ ਵੱਲ। ਜਦੋਂ ਚੜ੍ਹਦੇ ਹਾਂ ਅਗਾਂਹ ਵੱਲ, ਜਦੋਂ ਉਤਰਦੇ ਹੋ ਝੁਕਾਓ ਪਿਛਾਂ ਵੱਲ ਹੁੰਦਾ ਹੈ। ਤਾਂ ਕਹਿੰਦੇ ਨੇ ਕਿ ਜਦੋਂ ਚੜ੍ਹਦੇ ਹਾਂ ਝੁਕਾਓ ਅਗਾਂਹ ਵੱਲ ਹੁੰਦਾ ਹੈ। ਜਿਹੜਾ ਮਨੁੱਖ ਤਰੱਕੀ ਕਰਦਾ ਪਿਆ ਹੈ ਨਿਮਰਤਾ ਦੇ ਘਰ ਵਿੱਚ ਹੈ, ਤਰੱਕੀ ਕਰਦਾ ਪਿਆ ਹੈ, ਚੜ੍ਹਦਾ ਪਿਆ ਹੈ। ਔਰ ਜਿਹੜਾ ਮਨੁੱਖ ਅਕੜ ਜਾਵੇ ਤਾਂ ਸਮਝ ਲੈਣਾ ਉਤਰਦਾ ਪਿਆ ਹੈ, ਉਹਨੇ ਉਤਰਦਾ ਪਿਆ। ਬਸ ਇਤਨੀ ਗੱਲ ਸਮਝ ਲੈਣਾ। ਜਿਹੜਾ ਮਨੁੱਖ ਹੰਕਾਰ ਕਰਦਾ ਹੋਵੇ ਸਮਝ ਲੈਣਾ ਹੁਣ ਵਾਪਸੀ ਹੋ ਰਹੀ ਇਹਦੀ, ਉਤਰ ਰਿਹਾ ਹੈ। ਔਰ ਜਿਹੜਾ ਮਨੁੱਖ ਨਿਮਰਤਾ ਦੇ ਘਰ ਵਿੱਚ ਹੈ ਉਹ ਹਾਲੇ ਉੱਪਰ ਜਾ ਰਿਹਾ, ਹੋਰ ਉੱਪਰ ਜਾਏਗਾ। ਤਾਂ ਸਾਹਿਬ ਕਹਿੰਦੇ ਨੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਗਾਹ ਕਰਾਈਂਦਾ। ਜੇ ਉਹਦੀ ਨਦਰ ਉਪੱਠੀ ਹੋ ਜਾਵੇ, ਇਧਰ ਇਹ ਨਾ ਸਮਝ ਲੈਣਾ ਕਿ ਮੇਰੇ ਕੋਲ ਤਾਂ ਸਭ ਕੁਛ ਹੈ, ਕਿਸੇ ਚੀਜ਼ ਦੀ ਕੋਈ ਘਾਟ ਹੀ ਨਹੀਂ ਹੈ, ਮੇਰੇ ਕੋਲ ਸਭ ਕੁਛ ਹੈ। ਸਾਹਿਬ ਕਹਿੰਦੇ ਨੇ ਨਹੀਂ, ਤੂੰ ਸਿਖਰ 'ਤੇ ਹੋਵੇਂ ਬੇਸ਼ੱਕ, ਤੂੰ ਦੁਨੀਆ ਦੀ ਨਿਗਾਹ ਤੋਂ ਉੱਪਰ ਹੋਵੇਂ, ਪਰ ਇੱਕ ਕੰਮ ਇਹ ਵੀ ਕਰਨਾ ਕਿ ਗੁਰੂ ਦੀ ਨਿਗਾਹ ਦੇ ਥੱਲੇ ਰਹਿਣਾ ਵੀ ਤੂੰ ਸਿੱਖ ਲੈਣਾ। ਗੁਰੂ ਦੀ ਨਿਗਾਹ ਦੇ ਥੱਲੇ ਹੋਵੇਂ, ਬੇਸ਼ੱਕ ਲੋਕਾਂ ਦੀ ਨਿਗਾਹ ਦੇ ਵਿੱਚ ਤੂੰ ਉੱਚਾ ਬਣ ਜਾ। ਜੇ ਗੁਰੂ ਦੀ ਨਿਗਾਹ ਦੇ ਵਿੱਚ ਤੂੰ ਥੱਲੇ ਹੋਵੇਂਗਾ, ਗੁਰੂ ਦੀ ਨਜ਼ਰ ਦੇ ਥੱਲੇ ਹੋਵੇਂਗਾ, ਤਾਂ ਪਰਮਾਤਮਾ ਤੈਨੂੰ ਦੁਨੀਆ ਦੀ ਨਜ਼ਰ ਤੋਂ ਬਹੁਤ ਉੱਚਾ ਉਠਾ ਦੇਗਾ, ਬਹੁਤ ਉੱਚਾ ਉਠਾ ਦੇਗਾ। ਲੇਕਿਨ ਮਨੁੱਖ ਕੀ ਕਰਦਾ ਹੈ? ਮਨੁੱਖ ਦੁਨੀਆ ਦੀ ਨਿਗਾਹ ਦੇ ਤਾਂ ਉੱਪਰ ਰਹਿਣਾ ਚਾਹੁੰਦਾ ਹੈ, ਪਰ ਗੁਰੂ ਦੀ ਨਿਗਾਹ ਤੋਂ ਵੀ ਉੱਪਰ ਰਹਿਣਾ ਚਾਹੁੰਦਾ ਹੈ। ਹਕੀਕਤ ਜਿਹੜਾ ਮਨੁੱਖ ਗੁਰੂ ਦੀ ਨਿਗਾਹ ਦੇ ਵੀ ਉੱਪਰ ਰਹਿਣਾ ਚਾਹੁੰਦਾ ਹੈ ਉਹ ਫਿਰ ਦੁਨੀਆ ਦੀ ਨਿਗਾਹ ਵਿੱਚ ਵੀ ਗਿਰੇਗਾ, ਗੁਰੂ ਦੀ ਨਿਗਾਹ ਵਿੱਚ ਵੀ ਡਿੱਗੇਗਾ। ਔਰ ਜਿਨ੍ਹਾਂ ਨੇ ਗੁਰੂ ਦੇ ਨਦਰ ਹੇਠ ਜੀਣਾ ਸਿੱਖ ਲਿਆ ਉਹ ਖਲਕਤ ਦੀ ਨਿਗਾਹ ਦੇ ਵਿੱਚ ਬਹੁਤ ਉੱਚਾ ਉੱਠ ਜਾਏਗਾ, ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਏਗਾ। ਹਕੀਕਤ ਹੈ। ਇਸੇ ਕਰਕੇ ਮੈਂ ਕਹਿੰਦਾ ਹਾਂ ਗੁਰਬਾਣੀ ਨੂੰ ਪੜ੍ਹੋ, ਸਮਝ ਸਮਝ ਕੇ ਪੜ੍ਹੋ, ਬਹੁਤ ਗਹਿਰਾਈ ਦੇ ਨਾਲ ਪੜ੍ਹੋ, ਵਿਚਾਰ ਵਿਚਾਰ ਕੇ ਪੜ੍ਹੋ। ਮੇਰੇ ਅਜੀਜ਼ ਮਿੱਤਰ ਅਮਰੀਕ ਸਿੰਘ ਜੀ ਬਹੁਤ ਸੋਹਣੇ ਕਥਾਵਾਚਕ ਨੇ, ਸੂਝਵਾਨ ਨੇ, ਕਿਉਂਕਿ ਅਸੀਂ ਦੋਵਾਂ ਨੇ ਇਕੱਠੇ ਯੂਨੀਵਰਸਿਟੀ ਵਿੱਚ MA ਕੀਤੀ ਸੀ ਪੰਜਾਬੀ ਦੀ। ਬਹੁਤ ਸੋਹਣੀ ਕਥਾ ਕਰਦੇ ਨੇ ਆਪ ਜੀ। क्योंकि कह रहा है दरिया से समंदर का सकूत कि जिसका जितना जर्फ है, ਜਿਹੜਾ जितना गहराई ਵਿੱਚ ਜਾਏਗਾ ਉਤਨੀ ਉਤਨੀ ਨਵੀਂ ਨਵੀਂ ਚੀਜ਼ ਕੱਢ ਕੇ ਲਿਆਏਗਾ, ਨਵੀਂ ਨਵੀਂ। ਤਾਂ ਮੈਂ ਅਰਜ਼ ਕਰਾਂ, ਗੁਰੂ ਸਾਹਿਬ ਜੀ ਕਹਿੰਦੇ ਨੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਗਾਹ ਕਰਾਇੰਦਾ। ਸੁਲਤਾਨ ਨੂੰ ਵੀ ਕਹਿ ਦਿੰਦਾ ਹੁਣ ਆ ਤੂੰ ਵੀ ਸਾਹਮਣੇ ਆ। हकीकत है। एक शायर लिखता है कि जिनके महलों में हजारों किस्म के फानूस जलते थे, रंग बिरंगियाँ लाइटां, हजारों किस्म के फानूस, आज उनकी कब्र पे झाड़ियों के सिवाय कोई सबूत तक नहीं है, ख़त्म हो गए। तो साहिब कहते ने सुल्ताना गाह कराइंदा दर मंगन वेखना पाइंदा। ਹੁਣ ਕਦੇ ਸੁਲਤਾਨ ਹੋਇਆ ਕਰਦਾ ਸੀ, ਅੱਜ ਗਰੀਬ ਹੋ ਗਿਆ। ਜੇ ਕਿਧਰੇ ਕਿਸੇ ਦੇ ਸਾਹਮਣੇ ਜਾ ਕੇ ਕੁਝ ਭਿਕਸ਼ਾ ਮੰਗਦਾ ਪਿਆ ਹੈ, ਕਹਿੰਦੇ ਨੇ ਉਹ ਭਿਕਸ਼ਾ ਵੀ ਨਹੀਂ ਮਿਲਦੀ ਪਈ ਹੈ। ਕਿਉਂ? ਕਿਉਂਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਗਾਹ ਕਰਾਈਂਦਾ ਦਰ ਮੰਗਨ ਵਿਖ ਨਾ ਪਾਈਂਦਾ, ਦਰ ਮੰਗਨ ਵਿਖ ਨਾ ਪਾਈਂਦਾ। ਇਹ 16ਵੀਂ ਪੌੜੀ ਅਤੇ 2 ਸ਼ਲੋਕ ਆਸਾ ਕੀ ਵਾਰ ਕੇ ਸੰਪੂਰਨ ਹੋਏ। ਬਾਕੀ ਵਿਚਾਰਾਂ ਕੱਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਇੱਕ ਮਨ ਇੱਕ ਚਿੱਤ ਹੋ ਕੇ ਆਪ ਜੀ ਨੇ ਗੁਰੂ ਦੇ ਬੋਲ ਸ਼ਰਵਨ ਕੀਤੇ।